ਸਤਿ ਸ੍ਰੀ ਅਕਾਲ। ਸਿੱਖ ਸਾਮਰਾਜ ਦੇ ਪਤਨ ਬਾਰੇ ਇਸ ਖਾਸ ਐਕਸਪਲੇਨਰ ਵਿੱਚ ਤੁਹਾਡਾ ਸਵਾਗਤ ਹੈ। ਸੋਚ ਕੇ ਦੇਖੋ, ਸਿਰਫ 10 ਸਾਲਾਂ ਦੇ ਅੰਦਰ ਯਾਨੀ 1839 ਤੋਂ ਲੈ ਕੇ 1849 ਦੇ ਵਿਚਕਾਰ ਇੰਨਾ ਵਿਸ਼ਾਲ ਤੇ ਤਾਕਤਵਰ ਸਾਮਰਾਜ ਕਿਵੇਂ ਢਹਿ-ਢੇਰੀ ਹੋ ਗਿਆ। ਅੱਜ ਆਪਾਂ ਇਸੇ ਗੁੰਝਲਦਾਰ ਇਤਿਹਾਸ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਸਟੱਡੀ ਗਾਈਡ ਦੇ ਰੂਪ ਵਿੱਚ ਡੀਕੋਡ ਕਰਾਂਗੇ। ਤਾਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 1839 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਨਾਲ। ਇਹ ਘਟਨਾ ਬਿਲਕੁਲ ਤਾਸ਼ ਤੇ ਪੱਤਿਆਂ ਜਾਂ ਕਹਿ ਲਓ ਪਹਿਲੇ ਡੋਮਿਨੋ ਤੇ ਡਿੱਗਣ ਵਾਂਗ ਸੀ, ਜਿਸ ਨੇ ਲਾਹੌਰ ਦਰਬਾਰ ਵਿੱਚ ਸੱਤਾ ਦਾ ਇੱਕ ਬਹੁਤ ਵੱਡਾ ਖਲਾ ਪੈਦਾ ਕਰ ਦਿੱਤਾ। ਤੇ ਤੁਹਾਨੂੰ ਕੀ ਲੱਗਦਾ ਹੈ, ਸਤਲੁਜ ਦਰਿਆ ਦੇ ਦੂਜੇ ਪਾਸੇ ਬੈਠੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇਸ ਸਭ ਨੂੰ ਬਹੁਤ ਹੀ ਗੌਰ ਨਾਲ ਦੇਖ ਰਹੀ ਸੀ, ਬਸ ਮੌਕੇ ਦੀ ਤਲਾਸ਼ ਵਿੱਚ। ਅੱਜ ਦੇ ਸਿਲੇਬਸ ਵਿੱਚ ਆਪਾਂ ਇਸ ਪੂਰੇ ਘਟਨਾਕ੍ਰਮ ਦੇ ਸਫ਼ਰ ਨੂੰ ਦੇਖਾਂਗੇ। ਆਪਾਂ ਗੱਲ ਕਰਾਂਗੇ ਕਿ ਕਿਵੇਂ ਅਸਥਿਰਤਾ ਆਈ, ਦੋਵੇਂ ਐਂਗਲੋ-ਸਿੱਖ ਯੁੱਧ ਕਿਵੇਂ ਹੋਏ, ਸੰਧਿਆ ਨੇ ਕਿਵੇਂ ਤਾਕਤ ਖੋਈ ਤੇ ਅੰਤ ਵਿੱਚ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਰਲੇਵਾਂ ਕਿਵੇਂ ਹੋਇਆ। ਅਖੀਰ ਵਿੱਚ ਤੁਹਾਡੇ ਇਮਤਿਹਾਨਾਂ ਲਈ ਇੱਕ ਰਿਵਿਊ ਵੀ ਕਰਾਂਗੇ। ਪਹਿਲਾ ਭਾਗ, ਸ਼ੇਰ ਦਾ ਪਤਨ ਅਤੇ ਲਾਹੌਰ ਦਰਬਾਰ ਵਿੱਚ ਮਚੀ ਹਫੜਾ-ਦਫੜੀ। ਆਓ ਸਿੱਧਾ ਇਸ ਅਸਥਿਰਤਾ ਵਾਲੇ ਦੌਰ ਵਿੱਚ ਚੱਲਦੇ ਹਾਂ। ਹੁਣ ਜ਼ਰਾ ਇਹਨਾਂ 4 ਸਾਲਾਂ ਵੱਲ ਧਿਆਨ ਦਿਓ। ਇਹ ਇੰਨੇ ਖੂਨੀ ਅਤੇ ਹਫੜਾ-ਦਫੜੀ ਵਾਲੇ ਸਨ ਕਿ ਸਾਮਰਾਜ ਅੰਦਰੋਂ ਬਿਲਕੁਲ ਖੋਖਲਾ ਹੋ ਗਿਆ। ਪਹਿਲਾਂ ਖੜਕ ਸਿੰਘ ਦੀ ਜਲਦੀ ਮੌਤ ਹੋ ਜਾਂਦੀ ਹੈ, ਫਿਰ ਨੌਨਿਹਾਲ ਸਿੰਘ ਦਾ ਇੱਕ ਦਰਦਨਾਕ ਹਾਦਸੇ ਵਿੱਚ ਜਾਣਾ, ਫਿਰ ਸ਼ੇਰ ਸਿੰਘ ਦਾ ਕਤਲ। ਹੈਰਾਨੀ ਦੀ ਗੱਲ ਹੈ ਨਾ? ਅੰਤ ਵਿੱਚ ਰਾਜਗੱਦੀ ਆਂਦੀ ਹੈ ਸਿਰਫ 5 ਸਾਲ ਦੇ ਮਹਾਰਾਜਾ ਦਲੀਪ ਸਿੰਘ ਕੋਲ, ਜਿਨ੍ਹਾਂ ਨੂੰ ਆਪਣੀ ਮਾਤਾ ਮਹਾਰਾਣੀ ਜਿੰਦਾ ਦੀ ਦੇਖਰੇਖ ਹੇਠ ਰਾਜ ਸੰਭਾਲਣਾ ਪਿਆ। ਦੂਜਾ ਭਾਗ, ਪਹਿਲਾ ਐਂਗਲੋ-ਸਿੱਖ ਯੁੱਧ। ਇਸੇ ਅੰਦਰੂਨੀ ਕਲੇਸ਼ ਨੇ ਅਸਲ ਵਿੱਚ ਦਸੰਬਰ 1845 ਵਿੱਚ ਸ਼ੁਰੂ ਹੋਈ ਪਹਿਲੀ ਜੰਗ ਦੀ ਨੀਂਹ ਰੱਖੀ ਸੀ। ਜੇ ਆਪਾਂ ਜੰਗ ਦੇ ਮੈਦਾਨ ਵਿੱਚ ਦੋਵਾਂ ਧਿਰਾਂ ਨੂੰ ਆਮੋ-ਸਾਹਮਣੇ ਰੱਖ ਕੇ ਦੇਖੀਏ ਤਾਂ ਫਰਕ ਸਾਫ਼ ਦਿਸਦਾ ਹੈ। ਇੱਕ ਪਾਸੇ ਅੰਗਰੇਜ਼ ਸਨ, ਜਿਨ੍ਹਾਂ ਦੀ ਕਮਾਨ ਲਾਰਡ ਹਾਰਡਿੰਗ ਅਤੇ ਹਿਊਗ ਗਫ ਵਰਗੇ ਬੇਹੱਦ ਤਜਰਬੇਕਾਰ ਆਗੂਆਂ ਕੋਲ ਸੀ, ਤੇ ਦੂਜੇ ਪਾਸੇ ਸਿੱਖ ਫੌਜਾਂ, ਜਿਨ੍ਹਾਂ ਦੇ ਨਾਮ ਮਾਤਰ ਮੁਖੀ ਇੱਕ ਛੋਟੇ ਜਿਹੇ ਬੱਚੇ ਮਹਾਰਾਜਾ ਦਲੀਪ ਸਿੰਘ ਸਨ। ਸਿਆਸੀ ਤੌਰ ਤੇ ਇਹ ਸਥਿਤੀ ਬਹੁਤ ਹੀ ਨਾਜ਼ੁਕ ਸੀ। ਪਰ ਦੇਖੋ, ਹਾਰ ਦਾ ਕਾਰਨ ਸਿਰਫ ਮੈਦਾਨੇ ਜੰਗ ਦੀਆਂ ਕਮੀਆਂ ਨਹੀਂ ਸਨ। ਇਤਿਹਾਸਕਾਰ ਮੰਨਦੇ ਹਨ ਕਿ ਸਭ ਤੋਂ ਵੱਡੀ ਸੱਟ ਅੰਦਰੂਨੀ ਗੱਦਾਰੀ ਨੇ ਮਾਰੀ। ਇਤਿਹਾਸਿਕ ਸਰੋਤ ਦੱਸਦੇ ਹਨ ਕਿ ਵਜ਼ੀਰ ਲਾਲ ਸਿੰਘ ਅਤੇ ਕਮਾਂਡਰ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਗੁਪਤ ਸਮਝੌਤੇ ਕੀਤੇ ਹੋਏ ਸਨ। ਮਤਲਬ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਹੀ ਖੇਡ ਵਿਗੜ ਚੁੱਕੀ ਸੀ। ਇਮਤਿਹਾਨਾਂ ਦੀ ਤਿਆਰੀ ਲਈ ਇਹੀ ਟਾਈਮਲਾਈਨ ਬਹੁਤ ਅਹਿਮ ਹੈ। ਮੁਦਕੀ ਅਤੇ ਫਿਰੋਜ਼ ਸ਼ਾਹ ਦੀਆਂ ਲੜਾਈਆਂ ਤੋਂ ਬਾਅਦ 21 ਜਨਵਰੀ 1846 ਦੀ ਬੱਦੋਵਾਲ ਦੀ ਲੜਾਈ ਤੇ ਖਾਸ ਧਿਆਨ ਦਿਓ। ਇਹੀ ਉਹ ਲੜਾਈ ਸੀ ਜਿੱਥੇ ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ਸਿੱਖ ਫੌਜਾਂ ਨੂੰ ਇੱਕ ਸ਼ਾਨਦਾਰ ਜਿੱਤ ਦਿਵਾਈ ਸੀ। ਉਸ ਤੋਂ ਬਾਅਦ ਆਲੀਵਾਲ ਅਤੇ ਫਿਰ ਆਉਂਦੀ ਹੈ ਸਬਰਾਵਾਂ ਦੀ ਲੜਾਈ। 10 ਫਰਵਰੀ 1846 ਨੂੰ ਲੜੀ ਗਈ ਸਬਰਾਵਾਂ ਦੀ ਫੈਸਲਾਕੁਨ ਲੜਾਈ ਇਤਿਹਾਸ ਵਿੱਚ ਇਹ ਲੜਾਈ ਦੋ ਬਿਲਕੁਲ ਉਲਟ ਚਿਹਰਿਆਂ ਕਰਕੇ ਜਾਣੀ ਜਾਂਦੀ ਹੈ। ਇੱਕ ਪਾਸੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਲਾਸਾਨੀ ਬਹਾਦਰੀ, ਜੋ ਆਖਰੀ ਸਾਹ ਤੱਕ ਲੜਦੇ ਹੋਏ ਸ਼ਹੀਦ ਹੋ ਗਏ, ਤੇ ਦੂਜੇ ਪਾਸੇ ਹੈ ਤੇਜ ਸਿੰਘ, ਜਿਸਨੇ ਕਥਿਤ ਤੌਰ ਤੇ ਮੈਦਾਨ ਵਿੱਚੋਂ ਭੱਜ ਕੇ ਪਿੱਛੇ ਹਟਣ ਵਾਲਾ ਕਿਸ਼ਤੀਆਂ ਦਾ ਪੁਲ ਹੀ ਤੋੜ ਦਿੱਤਾ, ਜਿਸ ਨਾਲ ਖਾਲਸਾ ਫੌਜ ਦਾ ਅਥਾਹ ਨੁਕਸਾਨ ਹੋਇਆ। ਤੀਜਾ ਭਾਗ, ਸੰਧੀਆਂ ਅਤੇ ਸੱਤਾ ਦਾ ਖੁਸਨਾ। ਹਥਿਆਰਾਂ ਦੀ ਜੰਗ ਤਾਂ ਖਤਮ ਹੋ ਗਈ ਸੀ, ਪਰ ਅਸਲ ਵਿੱਚ ਤਾਕਤ ਹੁਣ ਸਿਆਹੀ ਅਤੇ ਕਾਗਜ਼ਾਂ ਰਾਹੀਂ ਖੋਈ ਜਾਣੀ ਸੀ। ਮਾਰਚ 1846 ਦੀਆਂ ਇਨ੍ਹਾਂ ਸੰਧੀਆਂ ਦੀ ਕੀਮਤ ਲਾਹੌਰ ਦਰਬਾਰ ਨੂੰ ਬਹੁਤ ਭਾਰੀ ਪਈ। ਦਰਬਾਰ ਦੀ ਫੌਜੀ ਤਾਕਤ ਘਟਾ ਦਿੱਤੀ ਗਈ ਅਤੇ ਉੱਤੋਂ 1.5 ਕਰੋੜ ਰੁਪਏ ਦਾ ਵੱਡਾ ਜੰਗੀ ਹਰਜਾਨਾ ਠੋਕ ਦਿੱਤਾ ਗਿਆ। ਹੁਣ ਖਜ਼ਾਨੇ ਵਿੱਚ ਇੰਨੇ ਪੈਸੇ ਤਾਂ ਸਨ ਨਹੀਂ, ਤਾਂ ਨਤੀਜਾ ਕੀ ਨਿਕਲਿਆ? ਕਸ਼ਮੀਰ ਦਾ ਪੂਰਾ ਇਲਾਕਾ ਗੁਲਾਬ ਸਿੰਘ ਨੂੰ ਸਿਰਫ 75 ਲੱਖ ਨਾਨਕਸ਼ਾਹੀ ਰੁਪਏ ਵਿੱਚ ਵੇਚ ਦਿੱਤਾ ਗਿਆ। ਪ੍ਰਸ਼ਾਸਨ ਦਾ ਢਾਂਚਾ ਕਿਵੇਂ ਬਦਲਿਆ, ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ। ਪਹਿਲਾਂ ਜਿੱਥੇ ਰਿਵਾਇਤੀ ਸਿੱਖ ਦਰਬਾਰ ਦਾ ਰਾਜ ਸੀ, ਦਸੰਬਰ ਦੀ ਭੈਰੋਵਾਲ ਦੀ ਸੰਧੀ ਨੇ ਇੱਕ ਨਵੀਂ ਕਾਉਂਸਲ ਆਫ ਰੀਜੈਂਸੀ ਬਣਾ ਦਿੱਤੀ। ਮਹਾਰਾਣੀ ਜਿੰਦਾ ਨੂੰ ਪ੍ਰਸ਼ਾਸਨ ਤੋਂ ਬਿਲਕੁਲ ਲਾਂਭੇ ਕਰ ਦਿੱਤਾ ਗਿਆ ਤੇ ਅਸਲ ਤਾਕਤ ਆ ਗਈ ਪਹਿਲੇ ਬ੍ਰਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਦੇ ਹੱਥਾਂ ਵਿੱਚ। ਇਹ ਨਾਮ ਐਗਜ਼ਾਮ ਲਈ ਜ਼ਰੂਰ ਯਾਦ ਰੱਖਿਓ। ਚੌਥਾ ਭਾਗ, ਦੂਜਾ ਐਂਗਲੋ-ਸਿੱਖ ਯੁੱਧ। ਜ਼ਾਹਿਰ ਹੈ ਕਿ ਇਹ ਨਵਾਂ ਸਖਤ ਪ੍ਰਬੰਧ ਕਿਸੇ ਨੂੰ ਮਨਜ਼ੂਰ ਨਹੀਂ ਸੀ, ਜਿਸ ਕਾਰਨ ਬਗਾਵਤ ਦਾ ਭੜਕਣਾ ਤੈਅ ਸੀ। 1848 ਵਿੱਚ ਦੂਜੀ ਜੰਗ ਮੁੱਖ ਤੌਰ ਤੇ 3 ਚੰਗਿਆਰੀਆਂ ਕਾਰਨ ਭੜਕੀ। ਪਹਿਲਾ, ਨਵੇਂ ਆਏ ਗਵਰਨਰ ਜਨਰਲ ਲਾਰਡ ਡਲਹੌਜ਼ੀ ਦੀਆਂ ਸਾਮਰਾਜਵਾਦੀ ਨੀਤੀਆਂ।
ਦੂਜਾ, ਪਹਿਲੀ ਜੰਗ ਤੋਂ ਬਾਅਦ ਬੇਰੁਜ਼ਗਾਰ ਹੋਏ ਹਜ਼ਾਰਾਂ ਗੁੱਸੇ ਵਿੱਚ ਭਰੇ ਖਾਲਸਾ ਸੈਨਿਕ। ਤੇ ਤੀਜਾ, ਮੁਲਤਾਨ ਤੇ ਹਜ਼ਾਰਾਂ ਵਿੱਚ ਉੱਠੀਆਂ ਵੱਡੀਆਂ ਬਗਾਵਤਾਂ। ਦੂਜੀ ਜੰਗ ਦੀ ਟਾਈਮਲਾਈਨ ਬਹੁਤ ਫਟਾਫਟ ਅੱਗੇ ਵਧਦੀ ਹੈ। ਨਵੰਬਰ 1848 ਚ ਰਾਮਨਗਰ ਦੀ ਨਿਰਣਾਇਕ ਲੜਾਈ ਹੋਈ, ਫਿਰ ਜਨਵਰੀ 1849 ਵਿੱਚ ਚਿੱਲਿਆਂਵਾਲਾ ਦੀ ਜੰਗ। ਇਹ ਅੰਗਰੇਜ਼ਾਂ ਲਈ ਬਹੁਤ ਮਹਿੰਗੀ ਸਾਬਤ ਹੋਈ ਕਿਉਂਕਿ ਇੱਥੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ। ਫਿਰ ਮੁਲਤਾਨ ਤੇ ਆਖਿਰਕਾਰ ਇੱਕ ਫੈਸਲਾਕੁਨ ਟੱਕਰ। ਪ੍ਰੀਖਿਆਵਾਂ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਕਿ ਬੈਟਲ ਆਫ ਗਨਜ਼ ਯਾਨੀ ਤੋਪਾਂ ਦੀ ਲੜਾਈ ਕਿਸ ਨੂੰ ਕਹਿੰਦੇ ਹਨ? ਤਾਂ ਜਵਾਬ ਹੈ 21 ਫਰਵਰੀ 1849 ਦੀ ਗੁਜਰਾਤ ਦੀ ਲੜਾਈ। ਇੱਥੇ ਦੋਵਾਂ ਪਾਸਿਓਂ ਇੰਨੀ ਭਿਆਨਕ ਤੋਪਾਂ ਦੀ ਵਰਤੋਂ ਹੋਈ ਕਿ ਇਹ ਖਾਲਸਾ ਫੌਜ ਲਈ ਆਖਰੀ ਅਤੇ ਪੂਰੀ ਤਰ੍ਹਾਂ ਕੁਚਲ ਦੇਣ ਵਾਲੀ ਹਾਰ ਸਾਬਿਤ ਹੋਈ। ਪੰਜਵਾਂ ਭਾਗ, ਪੰਜਾਬ ਦਾ ਰਲੇਵਾਂ। 29 ਮਾਰਚ 1849 ਉਹ ਤਾਰੀਖ ਜਦੋਂ ਇਨ੍ਹਾਂ ਦੋਵਾਂ ਯੁੱਧਾਂ ਦੇ ਨਤੀਜੇ ਵਜੋਂ ਸਿੱਖ ਸਾਮਰਾਜ ਅਧਿਕਾਰਿਤ ਤੌਰ ਤੇ ਬ੍ਰਿਟਿਸ਼ ਇੰਡੀਆ ਦਾ ਹਿੱਸਾ ਬਣ ਗਿਆ। ਲਾਰਡ ਡਲਹੌਜ਼ੀ ਦੇ ਇਸ ਰਲੇਵੇਂ ਦੇ ਐਲਾਨ ਦੇ ਨਿੱਜੀ ਨਤੀਜੇ ਵੀ ਬਹੁਤ ਵੱਡੇ ਨਿਕਲੇ। ਨੌਜਵਾਨ ਮਹਾਰਾਜਾ ਦਲੀਪ ਸਿੰਘ ਨੂੰ ਗੱਦੀਓਂ ਉਤਾਰ ਕੇ ਪੈਨਸ਼ਨ ਤੇ ਲੰਡਨ ਭੇਜ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਬਾਅਦ ਵਿੱਚ ਬਲੈਕ ਪ੍ਰਿੰਸ ਵੀ ਕਿਹਾ ਜਾਣ ਲੱਗਾ। ਤੇ ਹਾਂ, ਇਤਿਹਾਸਿਕ ਤੇ ਬੇਸ਼ਕੀਮਤੀ ਕੋਹੀਨੂਰ ਹੀਰਾ ਵੀ ਪੰਜਾਬ ਤੋਂ ਲੈ ਕੇ ਮਹਾਰਾਣੀ ਵਿਕਟੋਰੀਆ ਨੂੰ ਭੇਜ ਦਿੱਤਾ ਗਿਆ। ਜੇ ਆਪਾਂ ਪ੍ਰਸ਼ਾਸਨਿਕ ਬਦਲਾਅ ਦੀ ਤੁਲਨਾ ਕਰੀਏ ਤਾਂ ਸਭ ਕੁਝ ਬਦਲ ਚੁੱਕਾ ਸੀ। ਜੰਗ ਤੋਂ ਪਹਿਲਾਂ ਜਿੱਥੇ ਸਿੱਖ ਦਰਬਾਰ ਅਤੇ ਮੁਕਾਮੀ ਨਾਜ਼ਮਾਂ ਕੋਲ ਤਾਕਤ ਸੀ ਤੇ ਲੀਡਰ ਮਹਾਰਾਜਾ ਰਣਜੀਤ ਸਿੰਘ ਜਾਂ ਦਲੀਪ ਸਿੰਘ ਸਨ, ਉੱਥੇ ਰਲੇਵੇਂ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪੂਰਾ ਕੰਟਰੋਲ ਇੱਕ ਨਵੇਂ ਬੋਰਡ ਆਫ ਐਡਮਿਨਿਸਟ੍ਰੇਸ਼ਨ ਨੂੰ ਸੌਂਪ ਦਿੱਤਾ। 6ਵਾਂ ਭਾਗ, ਐਗਜ਼ਾਮ ਰਿਵਿਊ ਗਾਈਡ। ਚਲੋ ਜੀ, ਹੁਣ ਜੋ ਕੁਝ ਵੀ ਆਪਾਂ ਪੜ੍ਹਿਆ ਹੈ ਉਸ ਨੂੰ ਆਪਾਂ ਇਮਤਿਹਾਨਾਂ ਲਈ ਫਟਾਫਟ ਇਕੱਠਾ ਕਰ ਲਈਏ। ਇਹ ਤੁਹਾਡੀ ਅਲਟੀਮੇਟ ਚੀਟ ਸ਼ੀਟ ਹੈ। ਯਾਦ ਰੱਖਿਓ, ਪਹਿਲੇ ਯੁੱਧ ਵਿੱਚ ਬ੍ਰਿਟਿਸ਼ ਲੀਡਰ ਲਾਰਡ ਹਾਰਡਿੰਗ ਸੀ ਤੇ ਦੂਜੇ ਵਿੱਚ ਡਲਹੌਜ਼ੀ। ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਸੀ ਹੈਨਰੀ ਲਾਰੈਂਸ। ਸਿੱਖ ਨਾਇਕਾਂ ਦੀ ਗੱਲ ਕਰੀਏ ਤਾਂ ਬੱਦੋਵਾਲ ਦੇ ਜੇਤੂ ਰਣਜੋਤ ਸਿੰਘ ਅਤੇ ਸਬਰਾਵਾਂ ਵਾਲੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਤੇ ਗੱਦਾਰ ਲਾਲ ਸਿੰਘ ਤੇ ਤੇਜ ਸਿੰਘ। ਇਹ ਮੁੱਖ ਗੱਲਾਂ ਤੁਸੀਂ ਕਦੇ ਨਹੀਂ ਭੁੱਲਣੀਆਂ।